ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ। ਅੱਜ ਦੇ ਸ਼ੋਅ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਸਟੱਡੀ ਵੀਜ਼ਾ ਨੂੰ ਲੈ ਕੇ ਇੱਕ ਬੜਾ ਇੰਪੋਰਟੈਂਟ ਮੁੱਦਾ ਹੈ ਆਇਲਸ ਦਾ। ਆਇਲਸ ਦੇ ਵਿੱਚ ਆਖਰਕਾਰ ਕੈਨੇਡਾ ਵਾਸਤੇ ਕਿੰਨਾ ਸਕੋਰ ਰੈਲੇਵੈਂਟ ਹੁੰਦਾ ਹੈ। ਬਹੁਤ ਸਾਰੇ YouTube ਦੇ ਚੈਨਲਾਂ ਤੇ ਜਿਹੜੇ ਸਟੂਡੈਂਟਸ ਵੀਡੀਓਜ਼ ਦੇਖਦੇ ਨੇ ਜਿਹਦੇ 'ਚ ਸਾਫ਼ ਕਿਹਾ ਜਾਂਦਾ ਹੈ ਕਿ 6 ਈਚ 6 ਓਵਰਆਲ ਹੋਣੇ ਚਾਹੀਦੇ ਆ, ਤੇ ਕਈ ਜਗ੍ਹਾ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਮੋਡਿਊਲ ਦੇ ਵਿੱਚ ਤੁਹਾਡੇ 5.5 ਹੋਣ ਤਾਂ ਵੀ ਵੀਜ਼ਾ ਬਣ ਜਾਂਦਾ। ਸੋ ਇਹ ਦੋ ਜਿਹੜੇ ਡਿਫਰੈਂਟ ਓਪੀਨੀਅਨਸ ਕਰਕੇ ਸਟੂਡੈਂਟਸ ਦੇ ਵਿੱਚ ਕਨਫਿਊਜ਼ਨ ਬਣਿਆ ਰਹਿੰਦਾ। ਸੋ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਜਗਪ੍ਰੀਤ ਜੀ, ਸਵਾਗਤ ਹੈ। ਥੈਂਕ ਯੂ ਦੀਪਕ ਜੀ, ਔਰ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਗਪ੍ਰੀਤ ਜੀ, ਮੈਂ ਚਾਹੂੰਗਾ ਕਿ ਸਟੂਡੈਂਟਸ ਨੂੰ ਅੱਜ ਤੁਸੀਂ ਕਲੈਰਿਟੀ ਦੇਣ ਦੀ ਕੋਸ਼ਿਸ਼ ਕਰੋ ਆਇਲਸ ਦੇ ਬੈਂਡ ਦੇ ਬਾਰੇ। ਬਹੁਤ ਸਾਰੇ ਸਟੂਡੈਂਟ ਖਾਸ ਕਰਕੇ YouTube ਨੂੰ ਦੇਖ ਕੇ ਕਨਫਿਊਜ਼ ਰਹਿੰਦੇ ਨੇ ਕਿਉਂਕਿ ਦੋ ਤਰੀਕੇ ਦੇ ਵੀਡੀਓਜ਼ ਜਿਹੜੇ ਹੈ ਇੰਸਟਰਕਟਰਸ ਨੇ ਪਾਏ ਹੋਏ ਨੇ। ਇੱਕ 'ਚ ਇਹ ਹੈ ਕਿ 6 ਈਚ ਹੋਣੇ ਚਾਹੀਦੇ ਆ ਕੈਨੇਡਾ ਵਾਸਤੇ, ਇੱਕ 'ਚ ਇਹ ਹੈ ਕਿ ਇੱਕ ਦੇ ਮੋਡਿਊਲ ਦੇ ਵਿੱਚ 5.5 ਵੀ ਜੇ ਆਉਂਦਾ ਹੈ ਤਾਂ ਐਕਸੈਪਟੇਬਲ ਹੈ। ਬਿਲਕੁਲ ਦੀਪਕ ਜੀ, ਇਹ ਜਿਹੜਾ ਕੁਐਸਚਨ ਹੈ, ਜਿਹੜੀ ਸਟੇਟਮੈਂਟ ਹੈ, ਇਹ ਬਹੁਤ ਹੀ ਕਨਫਿਊਜ਼ਿੰਗ ਇੱਕ ਡਾਇਲਮਾ ਵਰਗੀ ਸਿਚੁਏਸ਼ਨ ਜਿਹੜੀ ਹੈ ਸਟੂਡੈਂਟ ਦੇ ਮਾਈਂਡ 'ਚ ਕਿਤੇ ਨਾ ਕਿਤੇ। ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ, ਜਦੋਂ 5.5 ਕਲੈਰਿਟੀ ਨਾ ਹੋਣ ਕਰਕੇ ਜੇ ਕਿਸੇ ਦਾ 1 'ਚ 5.5 ਹੁੰਦੇ ਆ ਤਾਂ ਉਹਨੂੰ ਏਜੰਟ ਕਿਤੇ ਨਾ ਕਿਤੇ ਜਦੋਂ ਪਹੁੰਚਦਾ ਹੈ ਤੋਂ ਪਹਿਲਾਂ ਜਿਵੇਂ ਡਾਕਟਰ ਡਰਾਉਂਦਾ ਨਾ ਕਿ ਤੇਰੀ ਤਾਂ ਰਿਪੋਰਟ ਬੜੀ ਮਾੜੀ ਹੈ, ਉਹ ਡਰਾ ਦਿੰਦੇ ਜੀ। ਬਿਕਾਜ਼ ਇਹ ਇੱਕ ਇਦਾਂ ਦਾ ਪੁਆਇੰਟ ਹੈ ਆਇਲਸ ਦਾ ਜਿਹੜਾ ਕਿ ਬਹੁਤ ਹੀ ਸਟੂਡੈਂਟ ਨੂੰ ਸੈਟਬੈਕ ਦਿੰਦਾ ਹੈ, ਔਰ ਇਸ ਚੱਕਰ ਦੇ ਵਿੱਚ ਸਟੂਡੈਂਟ ਬਹੁਤ ਮਿਸਗਾਈਡ ਹੁੰਦਾ ਹੈ ਔਰ ਵੀਜ਼ਾ ਦਾ ਰਿਜੈਕਸ਼ਨ ਦਾ ਸਾਹਮਣਾ ਕਰਦਾ ਹੈ। ਸੋ ਆਇਲਸ ਨੂੰ ਲੈ ਕੇ ਮੈਂ ਫਸਟ ਆਫ ਆਲ ਸਟੂਡੈਂਟਸ ਦੇ ਵਿੱਚ ਇੱਕ ਚੀਜ਼ ਕਲੀਅਰ ਕਰ ਦਿੰਦਾ ਕਿ ਇੰਗਲਿਸ਼ ਪ੍ਰੋਫੀਸ਼ੀਐਂਸੀ ਐਗਜ਼ਾਮਸ ਦੀ ਕੀ ਸਿਗਨੀਫੀਕੈਂਸ ਰਹਿੰਦੀ ਹੈ। ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਇੱਕ ਨਾਨ ਇੰਗਲਿਸ਼ ਸਪੀਕਿੰਗ ਕੰਟਰੀ ਤੋਂ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਮੂਵ ਔਨ ਕਰਦੇ ਹੋ। ਇਸੇ ਕਰਕੇ ਤੁਹਾਡੀ ਇੰਟਰਨੈਸ਼ਨਲ ਸਟੱਡੀਜ਼ ਨੂੰ ਅਸੈਸ ਕਰਨ ਦੇ ਲਈ, ਐਪਲੀਕੇਸ਼ਨ ਨੂੰ ਅਸੈਸ ਕਰਨ ਦੇ ਲਈ ਇੰਗਲਿਸ਼ ਪ੍ਰੋਫੀਸ਼ੀਐਂਸੀ ਐਗਜ਼ਾਮਸ ਨੂੰ ਉਹਦੇ ਵਿੱਚ ਫਿੱਟ ਕੀਤਾ ਗਿਆ। ਹੁਣ ਇੱਧਰ ਤੁਸੀਂ ਆਇਲਸ ਕਰ ਰਹੇ ਹੋ, ਪੀਟੀ ਕਰ ਰਹੇ ਹੋ, ਟੋਫਲ ਕਰਦੇ ਹੋ, ਹਰ ਇੱਕ ਦਾ ਅਸੈਸਿੰਗ ਮੈਥਡ ਸੇਮ ਹੈ, ਬਟ ਉਹਦਾ ਜਿਹੜਾ ਕਨਕਲੂਡਿੰਗ ਪਾਰਟ ਹੈ ਉਹ ਇਕੁਅਲ ਹੈ। ਠੀਕ ਹੈ, ਸੋ ਉਹਦੇ ਵਿੱਚ ਡਿਫਰੈਂਟ ਤਰੀਕੇ ਨਾਲ ਅਸੈਸ ਹੋ ਸਕਦਾ ਹੈ, ਬਟ ਕਨਕਲੂਡ ਕਰਨ ਲੱਗਿਆਂ ਤੁਹਾਡੀ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਹੀ ਕਨਕਲੂਡ ਕੀਤਾ ਜਾਂਦਾ ਹੈ। ਸਪੈਸ਼ਲੀ ਜਦੋਂ ਕੈਨੇਡਾ ਦੀ ਗੱਲ ਕਰਾਂ ਤਾਂ ਕੈਨੇਡਾ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਦੋ ਤਰ੍ਹਾਂ ਦੇ ਪ੍ਰੋਫਾਈਲਸ ਨੂੰ ਸੈਗਰੀਗੇਟ ਕੀਤਾ ਗਿਆ ਹੈ। ਇੱਕ ਹੈ ਜੀ SDS ਕੇਸਿਸ ਔਰ ਇੱਕ ਹੈ ਨਾਨ SDS ਕੇਸਿਸ। ਹੁਣ ਇੱਥੇ ਆਇਲਸ ਦੀ ਇੰਪੋਰਟੈਂਸ, ਅਗਰ ਤਾਂ ਤੁਹਾਡਾ ਸਕੋਰ ਆਇਲਸ ਦੇ ਵਿੱਚ 6 ਈਚ ਹੈ ਤਾਂ ਡੈਫੀਨੇਟਲੀ ਤੁਸੀਂ SDS ਕੈਟਾਗਰੀ ਦੇ ਵਿੱਚ ਪ੍ਰੋਫਾਈਲ ਨੂੰ ਮੂਵ ਕਰਦੇ ਹੋ, ਐਂਡ ਓਬਵੀਅਸਲੀ ਉਹਦੇ ਚਾਂਸਸ ਵੀ ਕੰਪੈਰੀਟਿਵਲੀ ਬਾਕੀ ਪ੍ਰੋਫਾਈਲਸ ਦੇ ਹਾਇਰ ਰਹਿੰਦੇ ਨੇ। ਪ੍ਰਾਇੋਰਟੀ ਦੇ ਉੱਤੇ ਉਸ ਚੀਜ਼ ਨੂੰ ਪ੍ਰੋਸੈਸ ਜਾਂ ਅਸੈਸ ਕੀਤਾ ਜਾਂਦਾ। ਹੁਣ ਅਗਰ ਸਟੂਡੈਂਟ ਦਾ 6 ਈਚ ਹੈ ਤਾਂ ਉਹਦੇ ਕੋਲ ਬਹੁਤ ਸਾਰੇ ਆਪਸ਼ਨ ਖੁੱਲ ਜਾਂਦੇ ਨੇ ਕਿਉਂਕਿ ਬਹੁਤ ਸਾਰੀਆਂ ਯੂਨੀਵਰਸਿਟੀਜ਼ ਕਾਲਜਿਸ ਦੀਆਂ ਐਡਮਿਸ਼ਨ ਕ੍ਰਾਈਟੇਰੀਆ ਨੂੰ, ਰਿਕੁਆਇਰਮੈਂਟਸ ਨੂੰ ਕਰੈਕ ਕਰਦਾ ਹੈ। ਬਟ ਗੱਲ ਇੱਥੇ ਆਉਂਦੀ ਹੈ ਵੀ ਹੁਣ ਸਟੂਡੈਂਟ ਦੇ ਕੋਲ 6 ਓਵਰਆਲ ਨਾਟ ਲੈਸ ਦੈਨ 5.5 2 ਮੋਡਿਊਲਸ 1 ਮੋਡਿਊਲ। ਹੁਣ ਇਹਨਾਂ ਨੂੰ ਕੀ ਕਰਨਾ ਚਾਹੀਦਾ? ਅਗਰ ਤਾਂ ਤੁਹਾਡੇ 2 ਮੋਡਿਊਲ 'ਚ 5.5 ਨੇ ਜਾਂ ਇੱਕ ਮੋਡਿਊਲ 'ਚ 5 ਹੈ ਤੇ ਮੈਂ ਹਰ ਸਟੂਡੈਂਟ ਨੂੰ ਰਿਕਮੈਂਡ ਕਰਦਾ ਕਿ ਤੁਸੀਂ ਕੈਨੇਡਾ 'ਚ ਫਾਈਲ ਪ੍ਰੋਸੈਸ ਨਾ ਕਰੋ ਅਗਰ 6 ਓਵਰਆਲ ਨਾਟ ਲੈਸ ਦੈਨ 5.5 in 2 ਔਰ ਇਨ 1 ਮੋਡਿਊਲ 5। ਅਗਰ ਤੁਹਾਡਾ ਸਕੋਰ 6 ਓਵਰਆਲ ਔਰ ਇੱਕ ਮੋਡਿਊਲ 'ਚ 5.5 ਹੈ ਤਾਂ ਡੈਫੀਨੇਟਲੀ ਤੁਸੀਂ ਆਪਣੇ ਪ੍ਰੋਗਰਾਮ ਦੀ ਇੰਗਲਿਸ਼ ਰਿਕੁਆਇਰਮੈਂਟ ਨੂੰ ਚੈੱਕ ਕਰੋ। ਚੈੱਕ ਕੀ ਕਰਨਾ ਹੈ ਕਿ ਬਹੁਤ ਸਾਰੇ ਇੰਸਟੀਟਿਊਸ਼ਨਸ ਨੇ ਜਿਹੜੇ ਕਿ ਸਟੇਟਮੈਂਟ ਦਿੰਦੇ ਨੇ ਕਿ 6 ਓਵਰਆਲ, 1 'ਚ 5.5 ਓਵਰਆਲ ਚਾਹੀਦਾ, ਜਾਂ ਕਈ ਜਗ੍ਹਾ ਤੇ ਸਪੈਸੀਫਾਈ ਕੀਤਾ ਹੁੰਦਾ ਹੈ ਕਿ ਰੀਡਿੰਗ ਤੇ ਰਾਈਟਿੰਗ 'ਚ 6 ਚਾਹੀਦੇ ਨੇ, ਉਸ ਤੋਂ ਬਾਅਦ ਤੁਹਾਡੇ ਇੱਕ ਮੋਡਿਊਲ 'ਚ 5.5 ਹੋ ਸਕਦੇ ਨੇ। ਸੋ ਅਗਰ ਇਸ ਚੀਜ਼ ਨੂੰ ਕ੍ਰਾਸ ਵੈਰੀਫਾਈ ਕਰਕੇ ਤੁਸੀਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ ਹੋ ਤਾਂ ਤੁਹਾਡੇ ਕੋਲ ਐਡਮਿਸ਼ਨ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਸੋ ਉੱਥੇ ਤੁਸੀਂ ਐਡਮਿਸ਼ਨ ਨੂੰ ਸੈਟੀਸਫਾਈ ਕਰ ਸਕਦੇ ਹੋ। ਨੈਕਸਟ ਗੱਲ ਆਉਂਦੀ ਹੈ ਹੁਣ ਐਮਬੈਸੀ ਨੂੰ ਕਿਸ ਤਰੀਕੇ ਦੇ ਨਾਲ ਜਸਟੀਫਾਈ ਕੀਤਾ ਜਾਵੇ। ਸੋ ਅਗਰ ਇੱਕ ਮੋਡਿਊਲ 'ਚ 5.5 ਹੈ ਤੇ ਉੱਥੇ ਸਟੂਡੈਂਟ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ 100% ਕੋਰ ਰੈਲੇਵੈਂਟ ਪ੍ਰੋਗਰਾਮ ਲਵੇ ਐਂਡ ਪ੍ਰੈਫਰੇਬਲੀ ਯੂਨੀਵਰਸਿਟੀ 'ਚ ਅਪਲਾਈ ਕਰੇ, ਸੋ ਦੈਟ ਜਿਹੜੀ ਕਮੀ ਤੁਹਾਡੇ ਪ੍ਰੋਫਾਈਲ 'ਚ ਹੈ ਉਹਨੂੰ ਤੁਸੀਂ ਆਪਣੀਆਂ ਜੈਨੂਅਨ ਇੰਟਰਨੈਸ਼ਨਲ ਸਟੂਡੈਂਟ ਇੰਟੈਂਸ਼ਨਸ ਦੇ ਪੁਆਇੰਟ ਆਫ ਵਿਊ ਨਾਲ ਜਸਟੀਫਾਈ ਕਰ ਪਾਓ ਐਂਡ ਵੀਜ਼ਾ ਆਫਿਸਰ ਨੂੰ ਵੀ ਇਹ ਇੰਟੈਂਸ਼ਨਸ ਕਲੀਅਰ ਹੋਣ ਕਿ ਸਟੂਡੈਂਟ ਜੈਨੂਅਨਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆ ਰਿਹਾ ਔਰ ਇਹ ਐਜੂਕੇਸ਼ਨ ਦੇ ਪਰਪਸ ਨਾਲ ਹੀ ਕੈਨੇਡਾ 'ਚ ਮੂਵ ਕਰ ਰਿਹਾ।
ਇਹ ਗੱਲ ਕੀਤੀ ਹੈ ਦੀਪਕ ਜੀ ਮੈਂ ਹੁਣ ਤੱਕ ਸਿਰਫ 10+2 ਸਟੂਡੈਂਟਸ ਦੇ ਲਈ ਜਿਨ੍ਹਾਂ ਨੇ +2 ਲਾਸਟ ਕੁਆਲੀਫਿਕੇਸ਼ਨ ਹੈ। ਹੁਣ ਬਹੁਤ ਸਾਰਾ ਸਟੂਡੈਂਟ ਹੈ ਜਿਹੜਾ ਆਲਰੇਡੀ ਗ੍ਰੈਜੂਏਟ ਹੈ ਐਂਡ ਉਹ ਕੈਨੇਡਾ ਅਪਲਾਈ ਕਰਦਾ ਹੈ। ਉਹਨਾਂ 'ਚ ਵੀ ਸਟੂਡੈਂਟ ਨੇ ਜਿਹੜੇ ਕਿ 6 ਓਵਰਆਲ ਇੱਕ ਮੋਡਿਊਲ 'ਚ 5.5 ਤੇ ਅਪਲਾਈ ਕਰਦੇ ਨੇ ਐਂਡ ਮੋਸਟਲੀ ਉੱਥੇ ਏਜੰਟਸ ਉਹਨਾਂ ਨੂੰ ਮਿਸਗਾਈਡ ਕਰਕੇ UG ਪ੍ਰੋਗਰਾਮਸ ਦਿੰਦੇ ਨੇ ਜਿਹੜਾ ਕਿ 100% ਗਲਤ ਤਰੀਕਾ ਹੈ। ਸੋ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ 6 ਓਵਰਆਲ ਹੈ ਇੱਕ 'ਚ 5.5 ਹੈ ਤੇ ਮੈਂ ਰਿਕਮੈਂਡ ਕਰੂੰਗਾ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੀਡ ਨਾ ਕਰੋ। ਬੈਟਰ ਹੈ 6 ਈਚ ਕਰੋ ਜਾਂ 6.5 ਓਵਰਆਲ ਇੱਕ ਮੋਡਿਊਲ 'ਚ 5.5 ਹੈ ਜਾਂ 6.5 ਓਵਰਆਲ ਨਾਟ ਲੈਸ ਦੈਨ 6 ਹੈ ਤਾਂ ਫਿਰ ਹੀ ਆਪਣੀ ਐਪਲੀਕੇਸ਼ਨ ਨੂੰ ਫॉर ਮਾਸਟਰਸ ਪ੍ਰੋਗਰਾਮ ਪ੍ਰੋਸੈਸ ਕਰੋ ਅਗਰ ਵੀਜ਼ਾ ਲੈਣਾ ਚਾਹੁੰਦੇ ਆ। ਅਗਰ ਤੁੱਕਾ ਮਾਰਨਾ ਹੈ ਤਾਂ ਉਹ ਜਿੰਨੀ ਵਾਰੀ ਮਰਜ਼ੀ ਹੋ ਸਕਦਾ ਹੈ, ਪੋਸੀਬਲ ਹੈ, ਟ੍ਰਾਇਲ ਤਾਂ ਜਿੰਨੀ ਵਾਰੀ ਮਰਜ਼ੀ ਕੀਤਾ ਜਾ ਸਕਦਾ ਹੈ। ਸੋ ਇਹਨਾਂ ਆਇਲਸ ਦੀਆਂ ਕੰਡੀਸ਼ਨ ਨੂੰ ਬਿਲਕੁਲ ਆਪਣੇ ਮਾਈਂਡ 'ਚ ਕਲੀਅਰ ਕਰਕੇ ਕਾਲਜ ਯੂਨੀਵਰਸਿਟੀ ਨਾਲ ਵੈਰੀਫਾਈ ਕਰਕੇ ਫਿਰ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੋ। ਇਸ ਤੋਂ ਬਾਅਦ ਤੁਹਾਡੇ ਕੋਲ ਅਦਰ ਇੰਗਲਿਸ਼ ਪ੍ਰੋਫੀਸ਼ੀਐਂਸੀ ਐਗਜ਼ਾਮ ਵੀ ਅਵੇਲੇਬਲ ਨੇ ਜਿਹੜੇ ਕੈਨੇਡਾ 'ਚ ਅਸੈਪਟ ਕੀਤੇ ਜਾਂਦੇ। ਉਹਨਾਂ ਦੇ ਵਿੱਚ PT ਵੀ ਆਉਂਦਾ ਹੈ, ਉਹਨਾਂ 'ਚ TOEFL ਵੀ ਆਉਂਦਾ। ਸੋ ਉਹਨਾਂ ਦੀ ਇਕੁਇਵਲੈਂਸੀ ਅਗਰ ਤੁਸੀਂ ਕਰ ਰਹੇ ਹੋ ਤਾਂ ਉਹਨੂੰ ਜਸਟੀਫਾਈ ਕਰੋ। ਨਹੀਂ ਤਾਂ ਸਟੂਡੈਂਟ ਕੀ ਕਰਦਾ ਦੀਪਕ ਜੀ ਇੱਕ ਸੈਗਮੈਂਟ ਦੇਖਦਾ ਜਿਹਦੇ ਵਿੱਚ ਉਹ ਆਪਣੇ 6 ਬੈਂਡ ਕੰਸੀਡਰ ਕਰਨ ਲੱਗ ਜਾਂਦਾ ਹੈ ਬਟ ਉਸ ਜਗ੍ਹਾ ਤੇ ਆਪਣੇ ਇੰਸਟੀਟਿਊਸ਼ਨ ਨਾਲ ਵੈਰੀਫਾਈ ਕਰੋ ਕਿ PT ਦਾ ਸਕੋਰ ਉਹਨਾਂ ਨੂੰ ਕਿੰਨਾ ਚਾਹੀਦਾ ਹੈ। PT 53 ਵੀ 6 ਓਵਰਆਲ ਹੈ ਤੇ PT 58 ਵੀ 6 ਓਵਰਆਲ ਹੈ। ਸੋ ਕਈ ਜਗ੍ਹਾ ਤੇ ਇੰਸਟੀਟਿਊਸ਼ਨਸ ਵੱਲੋਂ 56 ਨੂੰ ਕੰਸੀਡਰ ਕੀਤਾ ਜਾਂਦਾ ਹੈ, 55 ਨੂੰ ਕੰਸੀਡਰ ਕੀਤਾ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਨੂੰ ਅਗਰ ਚੈੱਕ ਕਰਕੇ ਐਪਲੀਕੇਸ਼ਨ ਨੂੰ ਪ੍ਰੋਸੀਡ ਕਰੋਗੇ ਤਾਂ ਡੈਫੀਨੇਟਲੀ ਤੁਸੀਂ ਇੱਕ ਵੀਜ਼ਾ ਓਰੀਐਂਟਡ ਪ੍ਰੈਜੈਂਟੇਸ਼ਨ ਦੇ ਥਰੂ ਆਪਣੀ ਫਾਈਲ ਪ੍ਰੋਸੈਸ ਕਰਕੇ ਵੀਜ਼ਾ ਜਿਹੜਾ ਉਹ ਲੈ ਸਕਦੇ। ਸੋ ਦੋਸਤੋ ਆਈ ਹੋਪ ਜਗਪ੍ਰੀਤ ਜੀ ਨੇ ਬਹੁਤ ਹੱਦ ਤੱਕ ਤੁਹਾਨੂੰ ਕਲੈਰਿਟੀ ਦਿੱਤੀ ਹੋਣੀ ਹੈ ਆਇਲਸ ਦੇ ਜਿਹੜੇ ਸਕੋਰਸ ਆ ਉਹਨੂੰ ਲੈ ਕੇ ਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਗੱਲ ਦਾ ਵੀ ਅੰਦਾਜ਼ਾ ਹੋ ਗਿਆ ਹੋਣਾ ਕਿ ਕਿਉਂ ਇੱਕ ਕਾਉਂਸਲਰ ਦੀ ਜ਼ਰੂਰਤ ਹੁੰਦੀ ਹੈ, ਇੱਕ ਕੰਸਲਟੈਂਟ ਦੀ ਜ਼ਰੂਰਤ ਹੁੰਦੀ ਹੈ ਆਪਣੀ ਫਾਈਲ ਲਗਾਉਣ ਲੱਗੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਬਹੁਤ ਬਰੀਕੀ ਦੇ ਵਿੱਚ ਚਲੀਆਂ ਜਾਂਦੀਆਂ ਤੇ ਸਟੂਡੈਂਟ ਜੇ ਕਦੇ ਖੁਦ ਫਾਈਲ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇੰਨਾ ਐਕਸਪੀਰੀਅੰਸ ਨਾ ਹੋਣ ਕਰਕੇ ਉਹਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ। ਤੁਸੀਂ ਆਇਲਸ ਨੂੰ ਲੈ ਕੇ ਆਪਣੀ ਫਾਈਲ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਜਾਣਕਾਰੀ ਲੈਣਾ ਚਾਹੁੰਦੇ ਹੋ, ਅਸੈਸ ਕਰਾਉਣਾ ਚਾਹੁੰਦੇ ਹੋ ਤਾਂ ਕਾਲ ਵੀ ਕਰ ਸਕਦੇ ਹੋ। ਧੰਨਵਾਦ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।